ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਭਲਕੇ ਉਠ ਪਪੋਲੀਐ, ਬਿਨ ਬੂਝੇ ਮੁਗਧ ਅਜਾਣ। ਸੋ ਪ੍ਰਭ ਚਿਤ ਨ ਆਇਓ, ਛੁਟੈਗੀ ਬੇਬਾਣ। ਸਤਿਗੁਰ ਸੇਤੀ ਚਿਤ ਲਾਏ ਸਦਾ, ਸਦਾ ਸਦਾ ਰੰਗ ਮਾਣ। ਭਲਕੇ ਉਠ ਪਪੋਲੀਐ, ਬਿਨ ਬੂਝੈ ਮੁਗਧ ਅਜਾਣ। ਸੋ ਪ੍ਰਭ ਚਿਤ ਨ ਆਇਓ, ਛੁਟੈਗੀ ਬੇਬਾਣ। ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ। ਪ੍ਰਾਣੀ ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੋ ਫਕੜੇ। ਸਭ ਮੁਕਦੀ ਚੱਲੀ ਰਹਿਣ ਰਹਾਉ। ਕੁਦਮ ਕਰੇ ਪਸ ਪੰਖੀਆ, ਦਿਸੈ ਨਾਹੀ ਕਾਲ। ਉਤੈ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਮੁਕਤੇ ਸੇਈ ਭਾਲੀਐ, ਜੇ ਸੱਚਾ ਨਾਮ ਸਮਾਲ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀ। ਫਾਥੇ ਸੇਈ ਨਿਕਲੇ, ਜੇ ਗੁਰ ਕੀ ਪੈਰੀ ਪਾਹੇ। ਕੋਈ ਰਖ ਨ ਸਕੈ, ਦੂਜਾ ਕੋ ਨਾ ਦਿਖਾਏ। ਚਾਰੇ ਕੁੰਡਾਂ ਭਾਲ ਕੇ, ਆਏ ਪਿਆ ਸ਼ਰਨਾਏ। ਨਾਨਕ ਸੱਚੇ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਨਾਨਕ ਸੱਚੇ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿਹੜਾ ਆਪਾਂ ਹੁਣੇ ਪਵਿੱਤਰ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 43 ਅੰਗ ਉੱਪਰ ਸੁਭਾਏਮਾਨ ਹੈ। ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੀ ਸਤਸੰਗ ਦੀ ਕਲਾਸ ਦੇ ਵਿੱਚ ਆਪਾਂ ਨੂੰ ਕੀ ਸਮਝਾ ਰਹੇ ਹਨ, ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ
ਇਹ ਫਰਮਾਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ ਗੁਰਮੁਖ ਪਿਆਰਿਓ। ਪਹਿਲਾਂ ਆਪਾਂ ਰਹਾਉ ਦੀ ਪੰਕਤੀ ਦੀ ਵਿਚਾਰ ਕਰਾਂਗੇ, ਕਿਉਂਕਿ ਰਹਾਉ ਦੀ ਪੰਕਤੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦੀ ਹੈ, ਤਾਂ ਕਿ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਰਹਾਉ ਦੀ ਪੰਕਤੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ, ਸਭ ਮੁਕਦੀ ਚੱਲੀ ਰਹਿਣ। ਰਹਾਉ ਸਾਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਮਨੁੱਖਾਂ ਨੂੰ, ਪ੍ਰਾਣਾਧਾਰੀ ਜੀਵਾਂ ਨੂੰ, ਕਿ ਹੇ ਪ੍ਰਾਣੀ ਤੂੰ ਇਸ ਸੰਸਾਰ ਦੇ ਵਿੱਚ ਆਇਆ ਤਾਂ ਇੱਥੋਂ ਲਾਹਾ ਕਮਾ ਕੇ ਜਾਣਾ। ਆਪਣੇ ਸਵਾਸਾਂ ਦੇ ਬਦਲੇ ਪ੍ਰਮਾਤਮਾ ਵਾਹਿਗੁਰੂ ਨੇ ਤੈਨੂੰ ਮੌਕਾ ਦਿੱਤਾ, ਇਹ ਸਮਾਂ ਬਖਸ਼ਿਸ਼ ਕੀਤਾ ਦੁਨੀਆ 'ਤੇ ਆਉਣ ਦਾ। ਪਤਾ ਨਹੀਂ ਕਿਹੜਾ ਤੇਰਾ ਕਰਮ ਸੀ, ਕੋਈ ਪਿੱਛੇ ਕੀ ਸੀ ਕੀ ਨਹੀਂ, ਪਰ ਇਹ ਹੁਣ ਸਮਾਂ ਪ੍ਰਾਪਤ ਹੋ ਗਿਆ। ਇਸ ਸਮੇਂ ਦੇ ਵਿੱਚ ਤੂੰ ਜਿਹੜਾ ਜੀਵਨ ਜਿਉਣਾ, ਇਹਦੇ ਵਿੱਚ ਲਾਹੇ ਵਾਲੇ ਕੰਮ ਕਰਨੇ ਆ। ਭਾਵ ਜਿਹੜੇ ਤੂੰ ਕਰਮ ਕਰੇਂਗਾ ਉਹ ਤੈਨੂੰ ਲਾਹਾ ਦੇਣ ਵਾਲੇ ਹੋਣ, ਕਿਉਂਕਿ ਉਹ ਮਾਲਕ ਪ੍ਰਮਾਤਮਾ ਵਾਹਿਗੁਰੂ ਨੂੰ ਜਾ ਕੇ ਹਿਸਾਬ ਵੀ ਦੇਣਾ। ਇਹ ਦੁਨੀਆ ਵਾਂਗ ਸਰਾਂ ਜਾਪੇ, ਕੋਈ ਚਲਾ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਖੁਸ਼ ਹੁੰਦਾ ਨਹੀਂ, ਕੋਈ ਕੰਡਿਆਂ ਨਾਲ ਨਿਭਾ ਜਾਂਦਾ। ਇਹ ਸਰਾਂ ਦੇ ਵਾਂਗੂ ਆ ਦੁਨੀਆ। ਹੇ ਪ੍ਰਾਣੀ, ਐ ਮਨੁੱਖ, ਐ ਮੇਰੇ ਮਨਾ, ਇੱਥੋਂ ਲਾਹਾ ਖੱਟ ਕੇ ਜਾਣਾ, ਘਾਟਾ ਪਾ ਕੇ ਨਹੀਂ ਜਾਣਾ। ਤੂੰ ਲਾਹਾ ਲੈਣ ਆਇਆ ਤੇ ਲੱਗਾ ਕਿਤ ਕੁਫੱਕੜੇ। ਫਿਰ ਤੂੰ ਕਿਹੜੇ ਕੁਫੱਕੜੇ ਕੰਮਾਂ ਦੇ ਵਿੱਚ ਲੱਗਿਆ ਪਿਆ, ਸਭ ਮੁਕਦੀ ਚੱਲੀ ਰਹਿਣ। ਕਈ ਵਾਰੀ ਗੁਰਮੁਖ ਪਿਆਰਿਓ ਇੱਥੇ ਆਪਾਂ ਇਹ ਸਮਝ ਲੈਂਦੇ ਆ ਕਿ ਦੁਨਿਆਵੀ ਕੰਮ ਆ ਜਿਹੜੇ ਇਹ ਕੁਫੱਕੜੇ ਆ, ਪਰ ਨਹੀਂ, ਇਹ ਅਰਥ ਨਹੀਂ ਹੋ ਸਕਦੇ ਗੁਰਬਾਣੀ ਦੇ, ਕਿਉਂਕਿ ਇਹ ਗੁਰਬਾਣੀ ਸਾਰਿਆਂ ਦੇ ਉੱਪਰ ਲੱਗਦੀ ਹੈ, ਸਰਬ ਸਾਂਝੀ ਗੁਰਬਾਣੀ ਹੈ। ਅਸੀਂ ਸਾਰੇ ਜਾਣੇ ਦੁਨਿਆਵੀ ਕੰਮਾਂ ਨੂੰ ਛੱਡ ਨਹੀਂ ਸਕਦੇ, ਕਰਨੇ ਜ਼ਰੂਰੀ ਹੈ। ਸਾਨੂੰ ਬੱਚੇ ਪਾਲਣੇ ਜ਼ਰੂਰੀ ਹੈ, ਨੌਕਰੀਆਂ ਕਰਨੀਆਂ, ਖੇਤੀਬਾੜੀ ਕਰਨੀ, ਇਹ ਸਾਰਾ ਕੁਝ ਕਰਨਾ ਜ਼ਰੂਰੀ ਹੈ। ਪਰ ਇੱਥੇ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਤੂੰ ਧਰਮ ਦੇ ਵਾਸਤੇ ਕੰਮ ਕਰਦਾ, ਧਰਮੀ ਹੋ ਕੇ ਕੰਮ ਕਰਦਾ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕੰਮ ਕਰਦਾ, ਇੱਕ ਤਾਂ ਦੁਨਿਆਵੀ ਕੰਮ ਕਰਦਾ ਤੂੰ, ਉਹ ਤਾਂ ਠੀਕ ਆ, ਤੇਰੇ ਦੁਨੀਆ ਦੇ ਵਿੱਚ ਤੈਨੂੰ ਕਰਨੇ ਚਾਹੀਦੇ ਆ। ਉਸ ਤੋਂ ਬਾਅਦ ਸਵੇਰੇ ਸ਼ਾਮ ਜਿਹੜਾ ਤੂੰ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਕੰਮ ਕਰਦਾ, ਉਹ ਤੇਰੇ ਕੁਫੱਕੜੇ ਆ, ਉਹ ਤੇਰੇ ਕਿਸੇ ਕੰਮ ਨਹੀਂ ਹੈ, ਕਿਸੇ ਲੇਖੇ ਨਹੀਂ, ਕਿਉਂਕਿ ਤੂੰ ਅੰਦਰਲੇ ਕਾਰਜ ਨਹੀਂ ਕਰਦਾ, ਬਾਹਰਲੇ ਕੰਮਾਂ 'ਤੇ ਲੱਗਿਆ ਹੋਇਆ। ਇਸ ਕਰਕੇ ਤੈਨੂੰ ਘਾਟਾ ਪੈ ਰਿਹਾ। ਕੁਫੱਕੜੇ ਕੰਮਾਂ ਦੇ ਵਿੱਚ ਭਾਵ ਕਰਮ ਕਾਂਡਾਂ ਦੇ ਵਿੱਚ ਮਨੁੱਖ ਨੂੰ ਘਾਟਾ। ਇੱਥੇ ਜੀਵਨ ਜਿਉਂਦਾ ਜੇ ਕਰਮ ਕਾਂਡਾਂ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ ਜੀਵਨ ਜਿਉਂਦਾ, ਤੇ ਜਿਹੜੇ ਉਹ ਕਰਮ ਕਰਦਾ ਉਹ ਕਰਮ ਘਾਟੇ ਵਾਲੇ ਆ। ਜੇ ਪਰਮਾਤਮਾ ਦੀ ਪ੍ਰਾਪਤੀ ਵਾਲੇ ਦੁਨਿਆਵੀ ਕੰਮ ਤਾਂ ਕਰਨੇ ਹੀ ਕਰਨੇ ਆ, ਦੁਨੀਆ 'ਚੋਂ ਕਾਮਯਾਬ ਹੋ ਸਕਦਾ, ਪਰ ਜਿਹੜਾ ਬਿਲਕੁਲ ਦੁਨੀਆ ਤੋਂ ਵੱਖਰਾ ਰਸਤਾ, ਮਾਇਆ ਤੋਂ ਉੱਪਰ ਰਸਤਾ, ਤਿੰਨਾਂ ਗੁਣਾਂ ਤੋਂ ਉੱਪਰ ਰਸਤਾ, ਪਰਮਾਤਮਾ ਦੀ ਪ੍ਰਾਪਤੀ ਵਾਲਾ ਰਸਤਾ, ਆਪਣਾ ਜੀਵਨ ਅੰਦਰੋਂ ਸਫਲ ਕਰਨ ਵਾਲਾ ਰਸਤਾ, ਲਾਹਾ ਖੱਟਣ ਵਾਲਾ ਰਸਤਾ, ਨਾਮ ਵਾਲਾ ਰਸਤਾ, ਚੰਗੇ ਗੁਣਾਂ ਵਾਲਾ ਰਸਤਾ, ਉੱਧਰੋਂ ਮਨੁੱਖ ਰਹਿ ਜਾਂਦਾ। ਕਿਉਂਕਿ ਸਪਸ਼ਟ ਵੀ ਹੁੰਦਾ, ਲੱਗਾ ਕਿਤ ਕੁਫੱਕੜੇ, ਕਿਹੜੇ ਕੁਫੱਕੜੇ ਕੰਮਾਂ 'ਚ ਲੱਗਿਆ, ਸਭ ਮੁਕਦੀ ਚੱਲੀ ਰਹਿਣ। ਰਹਿਣ ਦਾ ਅਰਥ ਹੈ ਰਾਤ, ਰਾਤ ਦਾ ਅਰਥ ਹੈ ਹਨੇਰਾ, ਹਨੇਰੇ ਤੋਂ ਅਰਥ ਹੈ ਅਗਿਆਨਤਾ, ਕਿਉਂਕਿ ਤੂੰ ਗੁਰੂ ਦੇ ਨਾਲ ਜੁੜਿਆ ਨਹੀਂ। ਜੇ ਤਾਂ ਗੁਰੂ ਦੇ ਨਾਲ ਜੁੜ ਗਿਆ ਤਾਂ ਸਫਲ ਆ, ਜੇ ਤੂੰ ਗੁਰੂ ਤੋਂ ਬਿਨਾਂ, ਗੁਰੂ ਨਾਲ ਜੁੜੇ ਤੋਂ ਬਿਨਾਂ ਧਰਮ ਦੇ ਕੰਮ ਕਰੇਗਾ, ਉਹ ਤਾਂ ਖੜੀ ਗੱਡੀ ਨੂੰ ਰੇਸਾਂ ਦੇਣ ਵਾਲੇ ਕੰਮ ਆ ਭਾਈ, ਕਿਉਂਕਿ ਟਾਇਰ ਥੱਲੇ ਲੱਗਣੇ ਆ। ਗੁਰੂ ਨੇ ਗੁਰਬਾਣੀ ਦੇ ਰਾਹੀਂ ਜਦੋਂ ਗੁਰਪ੍ਰਸਾਦ ਪ੍ਰਾਪਤ ਹੋ ਗਿਆ, ਜਦੋਂ ਹਉਮੈ ਅੰਦਰੋਂ ਨਿਕਲ ਗਈ, ਫੇਰ ਗੱਡੀ ਦੇ ਟਾਇਰ ਥੱਲੇ ਲੱਗਣੇ ਆ, ਤੇ ਫੇਰ ਇਹ ਸਫ਼ਰ ਆ ਜਿਹੜਾ ਇਹ ਸ਼ੁਰੂ ਹੋਣਾ। ਗੁਰੂ ਤੋਂ ਬਿਨਾਂ ਨਹੀਂ। ਗੁਰੂ ਤੋਂ ਬਿਨਾਂ ਕੀ ਹੈ ਭਾਈ, ਹਨੇਰਾ ਰਾਤ ਆ। ਇਸ ਕਰਕੇ ਤੂੰ ਬਾਹਰਲੇ ਕੁਫੱਕੜੇ ਕੰਮਾਂ 'ਚ ਭਾਈ ਲੱਗਿਆ ਹੋਇਆ। ਉਮਰ ਆ ਤੇਰੀ ਜਿਹੜੀ ਉਹ ਲੰਘਦੀ ਜਾ ਰਹੀ ਹੈ, ਚੱਲੀ ਆ ਕਿਵੇਂ, ਰੰਗ ਚੱਲੀ ਮੁਕਦੀ ਚੱਲੀ ਰਹਿਣ।
ਰਾਤ ਦੇ ਹਨੇਰੇ ਦੇ ਵਾਂਗੂ। ਦਿਨ ਚੜਿਆ ਹੋਇਆ ਅੰਦਰ ਜਾਂ ਬਾਹਰਲਾ ਆਪਾਂ ਲਾ ਲਈਏ, ਦਿਨ ਦੇ ਵਿੱਚ ਆਪਾਂ ਕਿੰਨੇ ਕੰਮ ਕਰਦੇ ਆ, ਰਾਤ ਆ ਜਿਹੜੇ ਇਹ 7-8 ਘੰਟੇ ਉਹੀ ਨਿਕਲ ਜਾਂਦੇ ਆ। ਇਸੇ ਤਰ੍ਹਾਂ ਤੇਰੀ ਜੀਵਨ ਦੀ ਰਾਤ ਨਿਕਲ ਰਹੀ ਹੈ ਭਾਈ ਅਗਿਆਨਤਾ ਦੇ ਕਾਰਨ। ਤੂੰ ਗੁਰੂ ਨਾਲ ਜੁੜ, ਆਪਣੇ ਅੰਦਰ ਚਾਨਣ ਪੈਦਾ ਕਰ। ਗੁਰਬਾਣੀ ਦਾ ਇਹ ਜੁੜਨ ਦਾ ਇਹ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਬਾਹਰਲੇ ਕੰਮਾਂ ਤੇ ਨਾ ਰਹਿ, ਸਰੀਰ ਨੂੰ ਨਾ ਪਲੋਸਦਾ ਰਹਿ, ਅੰਦਰ ਦਾ ਵੀ ਆਪਣੇ ਅੰਦਰ ਦਾ ਖਿਆਲ ਕਰ। ਗੁਰਬਾਣੀ ਨਾਲ ਜੁੜ ਕੇ ਆਪਣੇ ਅੰਦਰ ਨੂੰ ਜਾ, ਆਪਣੇ ਆਪ ਦੀ ਸੋਝੀ ਪ੍ਰਾਪਤ ਕਰ। ਤੇਰੇ ਅੰਦਰ ਹਨੇਰਾ, ਇਸ ਤਰ੍ਹਾਂ ਤੇਰੀ ਜ਼ਿੰਦਗੀ ਸਾਰੀ ਭਾਈ ਜਾ ਰਹੀ ਹੈ। ਰਹਾਓ। ਹੁਣ ਪਹਿਲੀ ਪੰਕਤੀ ਦੀ ਵਿਚਾਰ ਕਰਾਂਗੇ ਗੁਰਮੁਖ ਪਿਆਰਿਓ। ਪਲ ਕੇ ਉੱਠ ਪਪੋਲੀਐ, ਬਿਨ ਬੂਝੇ ਮੁਗਧ ਅਜਾਣ। ਮਨੁੱਖ ਉੱਠਦਾ ਸਵੇਰ ਵੇਲੇ, ਉੱਠ ਕੇ ਭਾਈ ਨਹਾਉਂਦਾ ਧੋਂਦਾ, ਸਰੀਰਕ ਕਾਰਜ ਕਰਦਾ, ਪਪੋਲਦਾ ਪਲੋਸਦਾ ਇਸ ਦੇਹੀ ਨੂੰ ਸਵੇਰੇ ਉੱਠ ਕੇ, ਬਿਨ ਬੂਝੇ, ਪਰ ਅਸਲ ਗੱਲ ਨੂੰ ਬੁੱਝਦਾ ਨਹੀਂ ਵੀ ਇਸ ਸਰੀਰਕ ਕੰਮ ਤਾਂ ਸਾਰੇ ਕਰ ਲਏ, ਤਿਆਰ ਹੋ ਗਿਆ ਸਵੇਰ ਵੇਲੇ, ਉੱਠ ਕੇ ਇਸ਼ਨਾਨ ਪਾਣੀ ਕਰ ਲਿਆ, ਹੁਣ ਬਾਹਰੋਂ ਤਾਂ ਹੋ ਗਿਆ ਸਾਫ਼ ਬਿਲਕੁਲ, ਪਰ ਜਿਹੜੇ ਅੰਦਰ ਕਾਲਖ ਪਈ ਆ, ਜਿਹੜਾ ਅੰਦਰ ਕੂੜਾ ਕਰਕਟ ਆ, ਜਿਵੇਂ ਹੁਣ ਬਾਹਰੋਂ ਦੁਨੀਆ ਦੇ ਵਿੱਚੋਂ ਕਾਲਖ ਲੱਗੀ, ਨਹਾ ਕੇ ਸਾਫ਼ ਹੋ ਗਿਆ, ਤੇ ਜਿਹੜੀ ਅੰਦਰ ਕਾਲਸ ਲੱਗੀ ਜਾਂਦੀ ਹੈ ਉਹਦੇ ਬਾਰੇ ਕੁਝ ਜਾਣਦਾ ਹੀ ਨਹੀਂ ਮਨੁੱਖ। ਬਾਹਰਲੇ ਕੰਮ ਕਰਕੇ ਬਾਹਰੋਂ ਆ ਗਿਆ, ਤਿਆਰ ਹੋ ਗਿਆ, ਸਾਰਾ ਕੁਝ ਹੋ ਗਿਆ, ਮੱਥਾ ਟੇਕ ਲਿਆ, ਮੱਥਾ ਟੇਕ ਕੇ ਮੁੜ ਗਿਆ, ਕਹਿੰਦਾ ਮੈਂ ਧਰਮੀ ਹਾਂ। ਗੁਰੂ ਦੀ ਆਵਾਜ਼ ਜਿਹੜੀ ਪਈ ਸੀ ਵੀ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰਹਿ ਵਿਚਾਰ, ਉੱਧਰੋਂ ਰਹਿ ਗਿਆ ਭਾਈ। ਗੁਰੂ ਦੇ ਗਿਆਨ ਤੋਂ ਬਿਨਾਂ ਇਸ ਤਰ੍ਹਾਂ ਅਸੀਂ ਰਹਿ ਜਾਂਦੇ ਹਾਂ, ਦੇਹੀ ਨੂੰ ਪਪੋਲਦੇ ਰਹਿ ਜਾਂਦੇ ਹਾਂ। ਭਲਕੇ ਉੱਠ ਪਪੋਲੀਐ, ਬਿਨ ਬੁੱਝੇ, ਇਹਨੂੰ ਬੁੱਝਣਾ ਸੀ, ਇਹਨੂੰ ਅੰਦਰ ਨੂੰ ਜਾਣਾ ਸੀ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇਹਨੂੰ ਖੋਜਣਾ ਪੈਣਾ ਸੀ। ਮੁਗਧ ਅਜਾਣ, ਮੂਰਖ ਦਾ ਮੂਰਖ ਰਹਿ ਗਿਆ, ਕਿਉਂਕਿ ਗੁਰੂ ਨਾਲ ਜੁੜਿਆ ਨਹੀਂ। ਸੋ ਪ੍ਰਭ ਚਿਤ ਨਾ ਆਇਓ। ਨੁਕਸਾਨ ਕੀ ਹੋਇਆ ਭਾਈ? ਪ੍ਰਭੂ ਪਰਮਾਤਮਾ ਵਾਹਿਗੁਰੂ ਚੇਤੇ ਦੇ ਵਿੱਚ ਆਇਆ ਹੀ ਨਹੀਂ। ਛੁੱਟੈਗੀ ਬੇਬਾਨ, ਤਿੰਨਾਂ ਗੁਣਾਂ ਦੇ ਵਿੱਚ ਸਾਰੇ ਕਾਰਜ ਕਰਦਾ ਰਿਹਾ, ਅਸਲ ਧਰਮ ਨੂੰ ਸਮਝਿਆ ਨਹੀਂ, ਅੰਦਰ ਨੂੰ ਗਿਆ ਨਹੀਂ, ਸਰੀਰਕ ਕੰਮ ਕਰਦਾ ਰਿਹਾ। ਹੁਣ ਉਹ ਸਮਾਂ ਹੋ ਗਿਆ ਪੂਰਾ, ਛੁੱਟੈਗੀ ਬੇਬਾਨ, ਤੇ ਹੁਣ ਬਬਾਣਾ ਦੇ ਵਿੱਚ ਜਾਣਾ ਪੈਣਾ। ਛੁੱਟ ਗਿਆ, ਸਮਾਂ ਪੂਰਾ ਹੋ ਗਿਆ, ਭਾਵ ਤਿੰਨਾਂ ਗੁਣਾਂ ਦੇ ਵਿੱਚ ਹੀ ਸਮਾਂ ਕੱਢ ਕੇ ਚਲਿਆ ਗਿਆ। ਚੌਥੇ ਗੁਣ ਦੀ ਪ੍ਰਾਪਤੀ ਨਹੀਂ ਹੋਈ, ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਇਆ, ਆਪਣੇ ਆਪ ਨੂੰ ਮੁਕਤ ਨਹੀਂ ਕੀਤਾ। ਬਸ ਉੱਧਰਲੇ ਬਾਹਰਲੇ ਕੰਮ ਕਰਦਾ ਹੀ ਮਨੁੱਖ ਚਲਿਆ ਜਾਂਦਾ ਹੈ ਜੀ। ਸਤਿਗੁਰ ਸੇਤੀ ਚਿੱਤ ਲਾਏ, ਸਦਾ ਸਦਾ ਰੰਗ ਮਾਣ। ਜੇ ਕਿਤੇ ਮਨੁੱਖ ਗੁਰੂ ਦੀ ਗੱਲ ਮੰਨ ਲਵੇ, ਜੇ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਮੰਨ ਲਈਏ ਨਾ, ਸਤਿਗੁਰ ਸੇਤੀ ਚਿੱਤ ਲਾਏ, ਜਿਹੜੇ ਗੁਰਮੁਖ ਪਿਆਰੇ, ਇਹ ਤਾਂ ਹੈ ਮਨਮੁਖ ਦੀ ਅਵਸਥਾ, ਜਿਹੜੇ ਦੇਹੀ ਪਪੋਲਦੇ ਰਹਿੰਦੇ, ਅੰਦਰ ਨੂੰ ਜਾਂਦੇ ਹੀ ਨਹੀਂ, ਕਿਉਂਕਿ ਜਿੰਨਾ ਚਿਰ ਗੁਰੂ ਨਾਲ ਨਹੀਂ ਜੁੜੇ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਸਾਵੇਂ ਤਾਂ ਦੇਵਤੇ ਬਣ ਜਾਣਾ, ਸਾਵੇਂ ਭਾਈ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਜਿਹੜੇ ਤਾਂ ਨਹੀਂ ਜੁੜਦੇ, ਉਹ ਤਾਂ ਇਸੇ ਤਰ੍ਹਾਂ ਆਪਣਾ ਤਿੰਨਾਂ ਗੁਣਾਂ ਦੇ ਵਿੱਚ ਜੀਵਨ ਬਤੀਤ ਕਰਕੇ ਜੀਵਨ ਦੀ ਬਾਜੀ ਹਾਰ ਕੇ ਘਾਟੇ ਦੇ ਵਿੱਚ ਚਲੇ ਜਾਂਦੇ ਆ, ਘਾਟਾ ਖਾ ਕੇ ਇੱਥੋਂ। ਤੇ ਦੂਜੇ ਪਾਸੇ ਸਤਿਗੁਰ ਸੇਤੀ ਚਿੱਤ ਲਾਏ, ਜੇ ਕਿਤੇ ਸਤਿਗੁਰੂ ਦੇ ਨਾਲ ਸਾਡਾ ਚਿੱਤ ਲੱਗ ਜਾਵੇ, ਗੁਰਬਾਣੀ ਸਾਨੂੰ ਚੰਗੀ ਲੱਗਣ ਲੱਗ ਜੇ, ਗੁਰਬਾਣੀ ਪੜ੍ਹਨ ਸੁਣਨ ਸਮਝਣ ਲੱਗ ਜੀਏ, ਫਿਰ ਕੀ ਹੋਵੇਗਾ ਜੀ? ਸਦਾ ਸਦਾ ਰੰਗ ਮਾਣ। ਜਿੱਦਾਂ ਇਹ ਅੰਦਰਲਾ ਕਾਰਜ ਹੋ ਗਿਆ ਨਾ, ਸਦਾ ਸਦਾ ਵਾਸਤੇ ਰੰਗ ਚੜ੍ਹ ਜਾਣਾ, ਨਾਮ ਦਾ ਰੰਗ। ਤੇ ਨਾਮੀ ਆ ਜਿਹੜੇ, ਉਹ ਰੰਗ ਮਾਣਦੇ ਆ, ਉਹਨਾਂ ਨੂੰ ਕਣ ਕਣ ਦੇ ਵਿੱਚੋਂ। ਉਹ ਇਹ ਨਹੀਂ ਕਹਿੰਦੇ ਵੀ ਮਰਨ ਤੋਂ ਬਾਅਦ ਪਰਮਾਤਮਾ ਕੋਲੇ ਜਾਵਾਂਗੇ, ਉਹ ਕਹਿੰਦੇ ਹੁਣੇ ਹੀ ਪਰਮਾਤਮਾ ਦੀ ਬੁੱਕਲ ਦੇ ਵਿੱਚ ਬੈਠੇ ਆ। ਇਹ ਸੋਝੀ ਹੋ ਜਾਂਦੀ ਆ, ਉਹ ਦੁਨੀਆ ਦੇ ਰੰਗ ਮੰਨਣ ਲੱਗ ਜਾਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਬਾਸ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਸ ਕਰਕੇ ਇਹ ਪ੍ਰਾਣੀ ਤੂੰ ਲਾਹਾ ਲੈਣ ਆਇਆ ਭਾਈ। ਲੱਗਾ ਕਿ ਤੁਕ ਫਕੜੇ, ਸਭ ਮੁਕਦੀ ਚੱਲੀ ਰਹਿਣ। ਰਹਾਓ। ਕਿਹੜੇ ਭਾਈ ਉਤਲੇ ਕੰਮਾਂ 'ਚ, ਫੋਕੜੇ ਕੰਮਾਂ 'ਚ, ਫੋਕੇ ਕੰਮਾਂ 'ਚ ਲੱਗਿਆ,
ਤੂੰ ਜਿਹੜੇ ਸੰਸਾਰੀ ਕੰਮਾਂ 'ਚ ਦੁਨਿਆਵੀ ਕੰਮਾਂ 'ਚ ਕਹਿ ਲਈਏ, ਪਰ ਉਹ ਦੁਨਿਆਵੀ ਨਹੀਂ ਜਿਹੜੇ ਆਪਾਂ ਬੱਚੇ ਪਾਲਣ ਵਾਸਤੇ ਕਰਦੇ ਆ, ਜਿਹੜੇ ਰੱਬ ਦੀ ਪ੍ਰਾਪਤੀ ਵਾਸਤੇ ਕਰਦੇ ਆ, ਭਾਵ ਕਰਮ ਕਾਂਡ ਆ ਜਿਹੜੇ ਇੱਕ ਫੱਕੜੇ ਆ। ਕਿਉਂ ਤੂੰ ਉਹਨਾਂ 'ਚ ਲੱਗਿਆ? ਤੇਰੇ ਅੰਦਰੋਂ ਹਨੇਰਾ ਖਤਮ ਨਹੀਂ ਹੋਣਾ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰੇ ਤੇ ਚਾਨਣ ਹੁੰਦੇ ਆ, ਗੁਰ ਬਿਨ ਘੋਰ ਅੰਧਾਰ ਸਭ ਮੁਕਦੀ ਚੱਲੀ ਰਹਿਣ ਰਹਾਓ। ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ। ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਜਗਾਉਣਾ ਚਾਹੁੰਦੇ ਆ, ਗੁਰਮੁਖ ਪਿਆਰਿਓ, ਮਾਇਆ ਦੀ ਨੀਂਦ ਦੇ ਵਿੱਚੋਂ ਕੱਢਣਾ ਚਾਹੁੰਦੇ ਆ। ਦੇਖੋ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਇਹ, ਤੇ ਸਾਡੇ ਨਾਲ ਹੁੰਦੀ ਕੀ ਹੈ? ਦੇਖੋ ਇਹ ਆਪਾਂ ਗੁਰਬਾਣੀ ਨੇ ਸ਼ੀਸ਼ਾ ਦਿਖਾ ਦੇਣਾ, ਇਹ ਦੇਖ ਲੈਣਾ ਆਪਾਂ ਵੀ ਸਾਡੇ ਨਾਲ ਹੋ ਰਹੀ ਹੈ ਕਿ ਨਹੀਂ ਹੋ ਰਹੀ। ਜੇ ਇਹ ਗੱਲ ਮੰਨ ਲਈ ਵੀ ਸਾਡੇ ਨਾਲ ਵੀ ਇਹੀ ਹੋ ਰਹੀ ਹੈ, ਫਿਰ ਅਸੀਂ ਸਬਰ ਨਾਲ ਸ਼ੁਰੂ ਕਰ ਦੇਵਾਂਗੇ। ਕਿਵੇਂ ਹੋ ਰਿਹਾ ਜੀ? ਕੀ ਕੁਛ ਹੋ ਰਿਹਾ? ਕੁਦਮ ਕਰੇ ਪਸ ਪੰਖੀਆਂ ਦਿਸੈ ਨਾਹੀ ਕਾਲ। ਇੱਥੇ ਇੱਕ ਉਦਾਹਰਨ ਬਣਨੀ ਹੈ। ਕੁਦਮ ਹੁੰਦਾ ਨੱਚਦੇ ਟੱਪਦੇ ਆ ਪਸ਼ੂ ਪੰਛੀ, ਪੰਛੀ ਤੇ ਪਸ਼ੂ ਨੱਚਦੇ ਟੱਪਦੇ ਆ, ਕੁਦਮ ਕਰਦੇ ਆ। ਦਿਸੈ ਨਾਹੀ ਕਾਲ, ਪਰ ਉਹਨਾਂ ਨੂੰ ਕਾਲ ਨਹੀਂ ਦੀਂਦਾ, ਉਹਨਾਂ ਨੂੰ ਮੌਤ ਨਹੀਂ ਦੀਂਦੀ। ਕਿਉਂ ਨਹੀਂ ਦੀਂਦੀ ਜੀ? ਕਿਉਂਕਿ ਉਹਨਾਂ ਕੋਲੇ ਗਿਆਨ ਹੈ ਨਹੀਂ। ਇੱਥੇ ਇੱਕ ਉਦਾਹਰਨ ਆਪਾਂ ਨੂੰ ਲੈਣੀ ਪਊਗੀ ਵੀ ਕਿਵੇਂ ਜਿਹੜੇ ਪੰਛੀ ਆ ਟੱਪ ਰਹੇ ਆ, ਖੁਸ਼ ਆ, ਪਰ ਉਹਨਾਂ ਨੂੰ ਅੱਗੇ ਦਿਸ ਨਹੀਂ ਰਿਹਾ। ਕਿਉਂਕਿ ਅੱਗੇ ਸਾਨੂੰ ਉਦਾਹਰਨ ਸਾਡੇ ਤੇ ਢੁਕਣੀ ਹੈ ਇਹ ਆ ਕੇ। ਉਹ ਉਦਾਹਰਨ ਇਸ ਤਰ੍ਹਾਂ ਬਣਨੀ ਹੈ ਗੁਰਮੁਖ ਪਿਆਰਿਓ। ਪੰਛੀ ਜਿਹੜੇ ਜਿਵੇਂ ਮੰਨ ਲਓ ਤੋਤੇ ਆ, ਜਿਹੜਾ ਤੋਤਾ ਰਟਨ ਸ਼ਬਦ ਬਣਿਆ ਨਾ, ਉਹ ਕਿੱਥੋਂ ਬਣਿਆ? ਤੋਤੇ ਆ, ਤੋਤਿਆਂ ਦੀ ਜਿਹੜੀ ਮਾਂ ਸੀ, ਉਹਦੀ ਮਾਂ ਨੇ ਸਿੱਖਿਆ ਦਿੱਤੀ ਬੱਚਿਆਂ ਨੂੰ, ਤੋਤਿਆਂ ਨੂੰ। ਕੀ ਕਹਿੰਦੀ? ਕਹਿੰਦੀ ਬੇਟਾ ਧਿਆਨ ਨਾਲ ਗੱਲ ਸੁਣੋ ਮੇਰੀ। ਉਹ ਕਹਿੰਦੇ ਜੀ ਮਾਂ ਕੀ? ਕਹਿੰਦੀ ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਪਾਏਗਾ, ਦਾਣਾ ਪਾ ਕੇ ਫਸ ਮਤ ਜਾਨਾ ਰੇ। ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਸੁੱਟੇਗਾ, ਫਸ ਮਤ ਜਾਨਾ ਰੇ। ਪੱਕਾ ਕਰ ਲਿਆ, ਗਾਇਆ ਵੀ ਬਥੇਰਾ ਉਹਨਾਂ ਨੇ। ਸ਼ਿਕਾਰੀ ਆਏਗਾ, ਦਾਣਾ ਪਾਏਗਾ, ਫਸ ਮਤ ਜਾਨਾ ਰੇ। ਬਹੁਤ ਗਾਈ ਗਏ, ਪਰ ਉਹਨੂੰ ਭਾਵ ਅਰਥ ਗੱਲ ਨਹੀਂ ਸਮਝੇ ਨਹੀਂ ਉਹ ਬੱਚੇ। ਪੰਛੀ ਸ਼ਿਕਾਰੀ ਆ ਗਿਆ, ਆ ਕੇ ਉਹਨੇ ਜਾਲ ਪਾ ਲਿਆ, ਜਾਲ ਪਾ ਕੇ ਮਗਰੀ ਮਾਰ ਕੇ ਤੁਰਿਆ ਜਾਂਦਾ, ਫਿਰ ਵੀ ਉਹ ਗਾਉਂਦੇ ਜਾਂਦੇ ਆ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਸੁੱਟੇਗਾ, ਫਸ ਮਤ ਜਾਨਾ ਰੇ। ਭਾਵ ਫਸੇ ਹੋਏ ਆ, ਫਸੇ ਹੋਏ ਵੀ ਗਾਈ ਜਾਂਦੇ। ਇਹਨੂੰ ਤੋਤਾ ਰਟਨ ਕਿਹਾ ਵੀ ਬਾਹਰੋਂ ਉਹ ਗੱਲ ਨੂੰ ਸਮਝਣਾ ਨਾ ਅੰਤਰੀਬ ਦੇ ਵਿੱਚ, ਵੀ ਅਸੀਂ ਕਿਤੇ ਇਹ ਤਾਂ ਨਹੀਂ ਹੈ ਵੀ ਗੁਰਬਾਣੀ ਨੂੰ ਉੱਪਰੋਂ ਉੱਪਰੀ ਕਰੀ ਜਾਂਦੇ, ਆਪਣੇ ਆਪ ਤੇ ਟਿਕਾਉਣਾ। ਜਿਹੜੇ ਪੜ੍ਹਦੇ ਸੁਣਦੇ ਸਮਝਦੇ ਆ ਖੋਜੀ ਬਿਰਤੀ ਦੇ ਨਾਲ, ਉਹ ਧੰਨਤਾ ਦੇ ਯੋਗ ਆ। ਕਿਤੇ ਇਸ ਤਰ੍ਹਾਂ ਨਾ ਰਹਿ ਜਾਈਏ ਜਿਵੇਂ ਉਹ ਪੰਛੀ ਰਹਿ ਗਏ ਸੀ। ਹੁਣ ਉਹ ਸਾਡੇ ਤੇ ਟੁਕਣੀ ਆ। ਕਿਵੇਂ? ਦਿਸੈ ਨਾਹੀ ਕਾਲ। ਉਹ ਵਿਚਾਰੇ ਪਿੱਛੇ ਮਗਰੀ 'ਚ ਕਾਲ 'ਚ ਫਸੇ ਵੀ ਹੋਏ ਆ ਜਾਲ ਦੇ ਵਿੱਚ, ਪਰ ਉਹਨਾਂ ਨੂੰ ਵਿਚਾਰਿਆਂ ਨੂੰ ਦੀਂਦਾ ਨਹੀਂ। ਦੇਖੋ ਕਿਵੇਂ ਗਾਉਂਦੇ ਜਾ ਰਹੇ ਆ। ਉਹਨਾਂ ਨੂੰ ਦੇਖ ਕੇ ਫਿਰ ਉੱਥੇ ਮਨੁੱਖ ਤੇ ਟੁਕਾਈ ਆ ਗੁਰੂ ਪਾਤਸ਼ਾਹ ਜੀ ਨੇ। ਉਤੈ ਸਾਥ ਮਨੁੱਖ ਹੈ, ਉਸੇ ਤਰ੍ਹਾਂ ਮਨੁੱਖ ਆ ਭਾਈ। ਗਾਈ ਵੀ ਜਾਂਦਾ ਤੇ ਫਸਿਆ ਵੀ ਪਿਆ ਮਨੋਂ ਅੰਦਰੋਂ। ਕਾਹਦੇ 'ਚ ਫਸਿਆ ਪਿਆ? ਉਹ ਜਾਲ ਕਿਹੜਾ? ਉਹ ਮਾਇਆ ਦਾ ਜਾਲ ਆ, ਜਿਹੜਾ ਗੁਪਤ ਆ, ਗੁਰੂ ਦੀ ਕਿਰਪਾ ਨਾਲ ਉਹਦੇ 'ਚੋਂ ਨਿਕਲਣਾ ਸੀ। ਉਹ ਤੈ ਸਾਥ ਮਨੁੱਖ ਹੈ, ਜਿਵੇਂ ਉਹ ਪੰਛੀ ਫਸੇ ਵੀ ਆ, ਗਾਈ ਵੀ ਜਾਂਦੇ ਆ। ਮਨੁੱਖ ਸਮਝਣ ਤੋਂ ਬਿਨਾ, ਗੁਰਬਾਣੀ ਨੂੰ ਸਮਝਣ ਤੋਂ ਵਿਚਾਰਨ ਤੋਂ ਬਿਨਾ ਗਾਉਂਦਾ ਵੀ ਹੈ, ਗਾਈ ਵੀ ਜਾਂਦਾ, ਤੇ ਫਾਥਾ ਮਾਇਆ ਜਾਲ, ਤੇ ਮਾਇਆ ਦੇ ਜਾਲ ਦੇ ਵਿੱਚ ਵੀ ਫਸਿਆ ਹੋਇਆ ਹੈ। ਜਾਂ ਐਂ ਕਹਿ ਲਈਏ ਵੀ ਮਨੁੱਖ ਧਰਮ ਦੇ ਕੰਮ ਕਰੀ ਵੀ ਜਾਂਦਾ, ਤੇ ਪਰ ਮਾਇਆ ਦੇ ਵਾਸਤੇ ਉਹ ਤਿੰਨਾਂ ਗੁਣਾਂ ਦੇ ਵਿੱਚ ਹੀ ਕਰੀ ਜਾਂਦਾ। ਇਹ ਜਾਲ ਦੇ ਵਿੱਚ ਮਨੁੱਖ ਫਸਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਅਸੀਂ ਵੀ ਫਸੇ ਹੋਏ ਹਾਂ, ਸਾਡਾ ਵੀ ਹਾਲ ਇਹੀ ਹੈ। ਅਸੀਂ ਛੁੱਟ ਸਕਦੇ ਹਾਂ, ਮੁਕਤ ਹੋ ਸਕਦੇ ਹਾਂ। ਗੁਰੂ ਪਾਤਸ਼ਾਹ ਜੀ ਸਮਝਾ ਰਹੇ ਆ, ਹਾਂ ਭਾਈ ਹੋ ਸਕਦੇ ਹਾਂ ਜੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਸਮਝਣ ਲੱਗ ਜਾਈਏ।
ਮੁਕਤੇ ਸੇਈ ਪਾਲੀ ਹੈ, ਜੇ ਸੱਚਾ ਨਾਮ ਸੰਭਾਲ। ਉਹ ਮੁਕਤ ਹੋ ਜਾਂਦੇ ਹਨ, ਉਹਨਾਂ ਨੂੰ ਮੁਕਤ ਕਿਹਾ ਜਾਂਦਾ ਹੈ ਜੋ ਸੱਚੇ ਨਾਮ ਨਾਲ ਜੁੜ ਜਾਂਦੇ ਹਨ। ਗੁਰੂ ਤੋਂ ਕੀ ਮਿਲਦਾ? ਨਾਮ, ਆਤਮਿਕ ਗਿਆਨ, ਆਪਣੇ ਆਪ ਦਾ ਗਿਆਨ, ਫਿਰ ਧਿਆਨ, ਫਿਰ ਨਾਮ, ਅੰਦਰੋਂ ਹੀ ਸਬਰ ਜਾਂਦੇ ਹਨ। ਜਿਹੜੇ ਤਾਂ ਇੱਧਰਲੇ ਪਾਸੇ ਨੂੰ ਚੱਲ ਪੈਂਦੇ ਆ, ਖੋਜੀ ਬਿਰਤੀ ਨਾਲ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਸਮਝਦੇ, ਆਪਣੇ ਆਪ ਤੇ ਢੁਕਾ ਲੈਂਦੇ ਆ, ਉਹ ਮੁਕਤ ਹੋ ਜਾਂਦੇ ਆ ਭਾਈ। ਨਹੀਂ, ਜ਼ਿਆਦਾਤਰ ਬਾਹਰੋਂ ਫਸੇ ਹੀ ਗਾਈ ਜਾਂਦੇ ਹਨ। ਇਸ ਤਰ੍ਹਾਂ ਗੁਰੂ ਪਿਤਾ ਜੀ ਸਮਝਾ ਰਹੇ ਹਨ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿਹੜਾ ਘਰ ਸਾਡੇ ਅੰਦਰ ਦੋ ਬਿਰਤੀਆਂ ਨਾ, ਮਨ ਨੇ ਇੱਕ ਘਰ ਆ ਜਿਹੜਾ ਆਪਣਾ ਸ਼ੇਖ ਚਿੱਲੀ ਵਾਲਾ ਬਣਾਇਆ ਹੋਇਆ, ਝੂਠ ਦਾ ਘਰ। ਝੂਠ ਦੇ ਘਰ ਚੋਂ ਸੱਚ ਦੇ ਘਰ ਦੇ ਵਿੱਚ ਜਾਣਾ। ਦੁਨੀਆ ਕੀ ਹੈ? ਦੁਨੀਆ ਸਾਰੀ ਝੂਠ ਆ, ਬਾਹਰ ਸਾਰਾ ਝੂਠ ਆ, ਕਿਉਂਕਿ ਖਤਮ ਹੋ ਜਾਣਾ, ਖਤਮ ਹੋ ਜਾਣ ਵਾਲਾ। ਸੱਚਾ ਮੰਦਰ, ਸੱਚਾ ਖਾਨਾ ਮਨੁੱਖ ਦੇ ਅੰਦਰ ਆ, ਉਹਨੂੰ ਛੱਡੀ ਬੈਠਾ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਹਿਰਦਾ, ਆਹ ਜਿਹੜਾ ਸਰੀਰ ਰੂਪੀ ਘਰ ਆ, ਹੁਣ ਸਰੀਰ ਦੇ ਨਾਲ ਲੱਗਿਆ ਤਾਂ ਮੰਨ ਲਓ ਸਰੀਰਕ ਕੰਮ, ਜੇ ਅੰਦਰ ਨੂੰ ਚਲਿਆ ਗਿਆ ਤਾਂ ਸਮਝ ਲਓ ਆਤਮਿਕ ਕੰਮ, ਅਧਿਆਤਮਿਕ ਕੰਮ, ਪਰਮਾਤਮਾ ਵਾਲੇ ਕੰਮ। ਮਨੁੱਖ ਨੇ ਜਿਹੜਾ ਕੁਝ ਛੱਡ ਕੇ ਜਾਣਾ, ਸਰੀਰ ਵੀ ਛੱਡ ਕੇ ਜਾਣਾ ਤੇ ਸਰੀਰਕ ਕੰਮ ਵੀ ਸਾਰੇ ਜਿਹੜੇ ਮਾਇਆ ਦੇ ਨਾਲ ਬਣਾਏ ਹੋਏ ਆ, ਉਹ ਵੀ ਸਾਰੇ ਛੱਡ ਕੇ ਜਾਣੇ ਆ। ਪਰ ਮੋਹ ਪਿਆਰ ਮਨੁੱਖ ਦਾ ਬਾਹਰਲੇ ਪਾਸੇ ਪਿਆ ਹੋਇਆ ਭਾਈ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀਂ। ਜਿਹੜੇ ਸੱਚ ਦੇ ਖਾਨੇ ਦੇ ਵਿੱਚ ਜਾਣਾ ਪੈਣਾ, ਮਨੁੱਖ ਅਗਿਆਨਤਾ ਦਾ ਕਰਕੇ ਤਿੰਨਾਂ ਗੁਣਾਂ ਦੇ ਜਿਹੜਾ ਹੈ ਜਾਲ ਦੇ ਵਿੱਚ ਫਸਿਆ ਹੋਇਆ, ਤੇ ਜਿੱਥੇ ਜਾਣਾ ਅਖੀਰ ਦੇ ਵਿੱਚ ਉਹ ਬਾਪ ਦੇ, ਪਰਮਾਤਮਾ ਵਾਹਿਗੁਰੂ ਦੇ ਸਾਹਮਣੇ ਹੋਣਾ, ਉਹਦੇ ਬਾਰੇ ਖਿਆਲ ਹੀ ਨਹੀਂ ਕਰਦਾ। ਭਾਵ ਮਨੁੱਖ ਬਾਹਰਲੇ ਕੰਮ ਕਰੀ ਜਾਂਦਾ, ਆਪਣੇ ਆਪ ਦੇ ਅੰਦਰ ਜਾਲ ਪਿਆ ਮਾਇਆ ਦਾ, ਵਿਕਾਰਾਂ ਦਾ, ਅੰਦਰੋਂ ਖਤਮ ਹੋਇਆ ਪਿਆ ਮਨੁੱਖ। ਉਹ ਖਿਆਲ ਨਹੀਂ ਕਰਦਾ ਕਿ ਮੈਂ ਵੀ ਉਹ ਪਰਮਾਤਮਾ ਦੇ ਵਾਹਿਗੁਰੂ ਦੇ ਸਾਹਮਣੇ ਇੱਕ ਦਿਨ ਜਾਣਾ, ਮੈਂ ਵੀ ਫਸਿਆ ਪਿਆ, ਉਹਦਾ ਫਿਕਰ ਨਹੀਂ ਕਰਦਾ ਮਨੁੱਖ। ਜਿਹੜਾ ਆਪਣਾ ਕਾਰਜ ਆਪ ਕਰਨ ਵਾਲਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ, ਉਹਦੇ ਵਾਸਤੇ ਫਿਕਰ ਨਹੀਂ ਕਰਦਾ। ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾਹੀਂ। ਫਾਥੇ ਸੇਈ ਨਿਕਲੇ, ਜੇ ਗੁਰ ਕੀ ਪੈਰੀ ਪਾਹੇ। ਲਓ ਜੀ, ਫਸੇ ਹੋਏ ਨਿਕਲ ਸਕਦੇ ਹਨ। ਜੇ ਫਸੇ ਹੋਏ ਕੋਈ ਵੀ ਮਨੁੱਖ ਆ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ, ਇਹਨਾਂ ਪੰਜਾਂ ਔਗਣਾਂ ਦੇ ਵਿੱਚ ਫਸਿਆ ਹੋਇਆ, ਉਹ ਨਿਕਲ ਸਕਦਾ ਹੈ। ਇੱਕੋ ਇੱਕ ਸ਼ਰਤ ਹੈ ਕਿ ਜੇ ਗੁਰ ਕੀ ਪੈਰੀ ਪਾਹੇ, ਜੇ ਕਿਤੇ ਗੁਰੂ ਦੇ ਚਰਨ ਮਨੁੱਖ ਪਕੜ ਲਵੇ, ਜੇ ਗੁਰਬਾਣੀ ਦੇ ਚਰਨ ਪਕੜ ਲਵੇ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਜੇ ਗੁਰੂ ਦੇ ਉਪਦੇਸ਼ਾਂ ਨੂੰ ਪਕੜ ਲਵੇ, ਗੁਰੂ ਦੀ ਸਿੱਖਿਆ ਨੂੰ ਪਕੜ ਲਵੇ, ਤੇ ਇਹ ਫਸਿਆ ਹੋਇਆ ਨਿਕਲ ਸਕਦਾ ਹੈ ਜੀ। ਇਦੋਂ ਬਿਨਾਂ ਜੀ ਇਹ ਤਾਂ ਕੰਮ ਥੋੜ੍ਹਾ ਜਿਹਾ ਔਖਾ ਲੱਗਦਾ, ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਤੇ ਫਿਰ ਆਪਣੇ ਆਪ 'ਤੇ ਟਿਕਾਉਣਾ। ਇਦੋਂ ਬਿਨਾਂ ਕੋਈ ਤਰੀਕਾ ਗੁਰੂ ਪਾਤਸ਼ਾਹ ਜੀ, ਗੁਰੂ ਪਿਤਾ ਜੀ ਸਮਝਾ ਰਹੇ ਹਨ। ਨਹੀਂ ਭਾਈ, ਇਹ ਕੋਈ ਐਡਾ ਸੌਖਾ ਕੰਮ ਨਹੀਂ ਹੈਗਾ, ਕੋਈ ਦੁਨਿਆਵੀ ਵਸਤੂ ਨਹੀਂ ਹੈਗੀ ਵੀ ਇਹ ਪੈਸੇ ਨਾ ਮਿਲ ਜੂ। ਨਾਮ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਇਹਦੇ ਵਾਸਤੇ ਮਿਹਨਤ ਕਰਨੀ ਪੈਣੀ ਹੈ, ਹੋਰ ਕੋਈ ਤਰੀਕਾ ਨਹੀਂ ਹੈਗਾ ਜੀ। ਕਿਉਂਕਿ ਜਦੋਂ ਸਾਡੇ ਇਹ ਬਿਲਕੁਲ ਬਹਿ ਗਿਆ ਨਾ ਅੰਦਰ ਦਿਮਾਗ ਦੇ ਵਿੱਚ ਵੀ ਗੁਰਬਾਣੀ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ, ਫਿਰ ਅਸੀਂ ਆਪੇ ਹੀ ਗੁਰਬਾਣੀ ਲੜ ਲੱਗਾਂਗੇ। ਕੋਈ ਰੱਖ ਨਾ ਸਕੈ, ਦੂਜਾ ਕੋ ਨਾ ਦਿਖਾਏ। ਇੱਥੇ ਦੂਜਾ ਸ਼ਬਦ ਦੇਹਲੀ ਦੀਪਕ ਆ ਗੁਰਮੁਖ ਪਿਆਰਿਓ। ਦੇਹਲੀ ਦੀਪਕ ਦਾ ਮਤਲਬ ਹੁੰਦਾ ਜਿਵੇਂ ਦੇਹਲੀ ਤੇ ਦੀਵਾ ਰੱਖਿਆ ਹੋਵੇ, ਦੋਨੇ ਪਾਸੇ ਚਾਨਣ ਕਰ ਦਿੰਦਾ, ਇੱਧਰਲੇ ਪਾਸੇ ਵੀ, ਇਹ ਕਮਰੇ 'ਚ ਵੀ ਤੇ ਉਹ ਕਮਰੇ 'ਚ ਵੀ। ਇਹ ਦੂਜਾ ਸ਼ਬਦ ਆ ਜਿਹੜਾ, ਇਹ ਦੋਨੇ ਪਾਸੇ ਲੱਗਦਾ। ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ। ਕੋਈ ਹੋਰ ਰੱਖ ਨਹੀਂ ਸਕਦਾ ਭਾਈ ਦੂਜਾ ਤੁਹਾਨੂੰ, ਤੇ ਦੂਜਾ ਕੋ ਨਾ ਦਿਖਾਏ। ਵਾਹਿਗੁਰੂ ਅੱਗੇ ਇਹੀ ਅਰਦਾਸ ਕਰੋ ਕਿ ਹੋਰ ਦੂਜਾ ਦਵੈਤ ਆ ਜਿਹੜੀ, ਦੂਜੇ ਪਾਸੇ ਤਾਂ ਮਾਇਆ, 2 ਨੰਬਰ ਦਾ ਤਾਂ ਦੂਜੇ ਦਾ ਨਾਮ ਤਾਂ ਮਾਇਆ ਭਾਈ।
ਉਹਦੇ ਵਿੱਚ ਨਹੀਂ, ਉਹਦੇ ਵਿੱਚੋਂ ਤਾਂ ਨਿਕਲਣਾ। ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ, ਵਾਹਿਗੁਰੂ ਦੀ ਕਿਰਪਾ ਨਾਲ ਹੀ ਜਿਹੜਾ ਗੁਰਬਾਣੀ ਪੜ੍ਹਨ ਸੁਣਨ ਸਮਝਣ ਨੂੰ ਮਿਲਦੀ ਹੈ। ਉਹਦੀ ਕਿਰਪਾ ਦੀ ਨਿਸ਼ਾਨੀ ਹੈ ਮਨੁੱਖ ਨੂੰ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ, ਅਤੇ ਸਤਸੰਗ ਦੇ ਵਿੱਚ ਮਨੁੱਖ ਸਬਰ ਜਾਂਦਾ, 3 ਗੁਣਾਂ ਤੋਂ ਉੱਪਰ ਹੋ ਜਾਂਦਾ ਭਾਈ। ਐਸਾ ਇਹਦੇ ਅੰਦਰ ਆ ਜਿਹੜੀਆਂ ਕੜੀਆਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕੂੜ ਦੀ ਪਾਲ ਹੌਲੀ ਹੌਲੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਪਰ ਅਗਰ 100% ਗੁਰੂ 'ਤੇ ਵਿਸ਼ਵਾਸ ਰੱਖਾਂਗੇ ਤਾਂ ਉਹਦਾ ਕਾਰਨ ਵੀ ਹੈ ਗੁਰਮੁਖ ਪਿਆਰਿਓ। ਕੀ ਕਾਰਨ ਆ? ਜਿਵੇਂ ਕੋਈ ਮੰਨ ਲਓ ਆਪਾਂ ਭਾਂਡਾ ਰੱਖ ਲਿਆ ਤਾਂ ਉਹਦੇ ਉੱਤੇ ਲਾ ਦਿਓ ਢੱਕਣ, ਉਹਨੂੰ ਮੱਠੀ ਅੱਗ ਬਾਲੀ ਚੱਲੋ, ਗੱਲ ਨਹੀਂ ਬਣਨੀ। ਉਹਦੇ ਅੰਦਰ ਪੂਰਾ ਸੇਕ ਆਉਣਾ ਪਊ, ਸੇਕ ਦੇਣਾ ਪਊ ਅਤੇ ਫਿਰ ਉਹਦੇ 100% 'ਤੇ ਜਾਊ। ਜਦੋਂ ਭਾਫ ਬਣੂਗੀ, ਭਾਫ ਬਣ ਕੇ ਢੱਕਣ ਚੱਕਿਆ ਜਾਊਗਾ, ਢੱਕਣ ਚੱਕੇ ਤੋਂ ਬਾਅਦ ਫਿਰ ਉੱਪਰਲੀ ਬਾਰਿਸ਼ ਹੈ ਜਿਹੜੀ ਉਸ ਭਾਂਡੇ ਦੇ ਵਿੱਚ ਪੈ ਜੂਗੀ। ਉਹ ਭਾਂਡਾ ਸਾਡਾ ਮਨ ਆ ਭਾਈ, ਇਹਨੂੰ ਗੁਰਬਾਣੀ ਦਾ ਸੇਕ ਦੇ ਹੀ ਚੱਲੋ, ਗੁਰਬਾਣੀ ਨਾਲ ਜੋੜੀ ਰੱਖੋ ਅਤੇ ਫਿਰ ਇੱਕ ਦਿਨ ਹਉਮੈ ਦਾ ਢੱਕਣ ਆ ਜਿਹੜਾ ਚੱਕਿਆ ਜਾਵੇਗਾ ਅਤੇ ਇਹ ਨਾਮ ਅੰਦਰ ਪੈ ਜਾਵੇਗਾ ਅਤੇ ਸਾਡੇ ਜਿਉਂਦਿਆਂ ਦੀ ਮੁਕਤੀ ਹੋ ਜੂਗੀ। ਇਦੋਂ ਬਿਨਾਂ ਕੋਈ ਹੋਰ ਰਸਤਾ ਨਹੀਂ ਭਾਈ। ਕੋਈ ਰੱਖ ਨਾ ਸਕੈ ਦੂਜਾ ਕੋ ਨਾ ਦਿਖਾਏ। ਬਸ ਇਹੀ ਬੇਨਤੀ ਕਰੋ, ਸਾਨੂੰ ਤਾਂ ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਪਾਸੇ ਜਾਣਾ ਹੀ ਨਹੀਂ ਚਾਹੀਦਾ ਭਾਈ। ਚਾਰੇ ਕੁੰਡਾਂ ਭਾਲ ਕੈ ਆਏ ਪਿਆ ਸ਼ਰਨਾਏ। ਲਓ ਜੀ, ਚਾਰੇ ਕੁੰਡਾਂ ਭਾਲ ਕੇ ਸਾਰੇ ਪਾਸਿਆਂ 'ਤੇ ਘੁੰਮ ਫਿਰ ਕੇ ਮੈਂ ਤਾਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ। ਜਦੋਂ ਮੈਨੂੰ ਪਤਾ ਲੱਗ ਗਿਆ, ਜਦੋਂ ਸਿੱਖਾਂ ਨੂੰ ਇਹ ਪਤਾ ਲੱਗ ਗਿਆ ਵੀ ਗੁਰਬਾਣੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ, ਗੁਰਬਾਣੀ ਤੋਂ ਬਿਨਾਂ ਅਸੀਂ ਫਸੇ ਹੋਏ ਹਾਂ, ਅੰਦਰ ਦੀ ਸੋਝੀ ਨਹੀਂ ਹੈ, ਗੁਰਬਾਣੀ ਦੇ ਗਿਆਨ ਤੋਂ ਬਿਨਾਂ ਧਿਆਨ ਨਹੀਂ, ਧਿਆਨ ਤੋਂ ਬਿਨਾਂ ਨਾਮ ਨਹੀਂ। ਜਦੋਂ ਇਹ ਪਤਾ ਲੱਗ ਗਿਆ ਵੀ ਗੁਰੂ ਤੋਂ ਬਿਨਾਂ ਨਹੀਂ ਗਤੀ ਹੋਣੀ, ਫਿਰ ਅਸੀਂ ਗੁਰੂ ਦੇ ਨਾਲ ਜੁੜਾਂਗੇ ਭਾਈ। ਇੱਥੇ ਇਹੀ ਸਮਝਾਇਆ ਜਾ ਰਿਹਾ, ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸ਼ਰਨਾਏ। ਅਸੀਂ ਤਾਂ ਗੁਰੂ ਦੇ ਆਖੇ ਲੱਗੇ ਭਾਈ, ਆਪਾਂ ਵੀ ਸਾਰਿਆਂ ਨੇ ਗੁਰੂ ਦੇ ਆਖੇ ਲੱਗਣਾ। ਅੱਜ ਤੋਂ ਬਾਅਦ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਗੁਰਬਾਣੀ 'ਤੇ ਹੀ 100% ਵਿਸ਼ਵਾਸ ਕਰਨਾ ਭਾਈ। ਨਾਨਕ ਸੱਚੈ ਪਾਤਸ਼ਾਹ ਡੁੱਬਦਾ ਲਿਆ ਕਢਾਏ। ਜੇ 100% ਗੁਰਬਾਣੀ 'ਤੇ ਵਿਸ਼ਵਾਸ ਕਰ ਲਿਆ, ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ ਵਾਲੀ ਅਵਸਥਾ ਬਣ ਗਈ ਅਤੇ ਫਿਰ ਪ੍ਰਾਪਤ ਕੀ ਹੋਵੇਗਾ? ਭਵਜਲ ਦੇ ਵਿੱਚੋਂ ਕੱਢਿਆ ਜਾਏਗਾ ਭਾਈ। ਨਾਨਕ ਸੱਚੈ ਪਾਤਸ਼ਾਹ ਡੁੱਬਦਾ ਲਿਆ ਕਢਾਏ। ਜਦੋਂ ਮੈਂ ਗੁਰੂ ਦੇ ਨਾਲ ਜੁੜਿਆ, ਜਦੋਂ ਮੈਂ ਚਾਰੇ ਕੁੰਡਾਂ ਤੋਂ ਥੱਕ ਹਾਰ ਕੇ ਸਾਰੇ ਪਾਸਿਆਂ ਤੋਂ ਗੁਰੂ ਦੇ ਨਾਲ ਜੁੜਿਆ, ਅਤੇ ਗੁਰੂ ਆ ਸੱਚਾ ਪਾਤਸ਼ਾਹ, ਗੁਰ ਪਰਮੇਸ਼ਰ ਇੱਕੋ ਜਾਣ। ਦੁਨੀਆ ਦੀਆਂ ਪਾਤਸ਼ਾਹੀਆਂ ਝੂਠੀਆਂ ਅਤੇ ਗੁਰੂ ਸੱਚਾ ਪਾਤਸ਼ਾਹ। ਜਦੋਂ ਮੈਂ ਸੱਚੇ ਪਾਤਸ਼ਾਹ ਨਾਲ ਜੁੜਿਆ, ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਮੈਨੂੰ ਡੁੱਬਦੇ ਨੂੰ, ਡੁੱਬੇ ਜਾਂਦੇ ਨੂੰ, ਵਿਕਾਰਾਂ ਦੇ ਵਿੱਚ ਰੁੜੇ ਜਾਂਦੇ ਨੂੰ, ਮਾਇਆ ਦੇ ਵਿੱਚ ਖਤਮ ਹੋਏ ਨੂੰ, 3 ਗੁਣਾਂ ਦੇ ਵਿੱਚ ਖਤਮ ਹੋਏ ਨੂੰ ਮੈਨੂੰ ਗੁਰੂ ਨੇ ਕੱਢ ਲਿਆ ਬਾਹਰ। ਨਮਾ ਧਮਾ ਕੇ ਮੇਰਾ ਜਿਹੜਾ ਸੋਹਣੇ ਕੱਪੜੇ ਪਵਾ ਦਿੱਤੇ, ਮੇਰਾ ਜਿਹੜਾ ਮੈਂ ਲਿਬੜਿਆ ਤਿਬੜਿਆ ਸੀ, ਮੇਰੀ ਮਾਂ ਨੇ ਮੇਰੀ ਸਫਾਈ ਕਰ ਦਿੱਤੀ। ਇਹ ਗੁਰਬਾਣੀ ਭਾਈ ਇਸ ਤਰ੍ਹਾਂ ਮਨ ਨੂੰ ਸਾਫ਼ ਕਰ ਦਿੰਦੀ ਹੈ। ਇਹ ਜਨਮਾਂ ਜਨਮਾਂਤਰਾਂ ਦੀ ਜਿਹੜੀ ਸਾਡੇ ਮਨ ਨੂੰ ਮੈਲ ਲੱਗੀ ਹੈ ਨਾ, ਜਨਮ ਕੀ ਇਸ ਮਨ ਨੂੰ ਮਲ ਲੱਗੀ। ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾ। ਇਹ ਅੰਦਰਲਾ ਜਿਹੜਾ ਇਸ਼ਨਾਨ ਆ, ਇਹ ਬਾਣੀ ਦੇ ਨਾਲ ਹੋ ਜਾਂਦਾ ਭਾਈ। ਇਹ ਸਾਨੂੰ ਸਾਰਿਆਂ ਨੂੰ ਇਹੀ ਸਮਝਾਇਆ ਕਿ ਅਸੀਂ ਅਗਿਆਨਤਾ ਦੇ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਨਹੀਂ ਕਰਨਾ, ਗੁਰਬਾਣੀ ਦੇ ਨਾਲ ਜੁੜਨਾ। ਅਸੀਂ ਆਪਣੇ ਆਪ ਦਾ ਗਿਆਨ ਪ੍ਰਾਪਤ ਕਰਨਾ, ਆਪਣੇ ਆਪ ਦੀ ਸੋਝੀ ਪ੍ਰਾਪਤ ਕਰਨੀ ਹੈ। ਜਦੋਂ ਆਪਣੇ ਆਪ ਦੀ ਸੋਝੀ ਬਸ ਪ੍ਰਾਪਤ ਹੋ ਗਈ ਨਾ, ਸਮਝ ਲਓ ਫਿਰ ਸਾਰਾ ਕੁਝ ਹੀ ਪਤਾ ਲੱਗ ਜੂ, ਅੰਦਰੋਂ ਹੀ ਚਾਨਣ ਹੋ ਜੂ। ਉਹ ਲੇਖਾ ਜਿਹੜਾ ਹੈ ਫਰੀਦਾ, ਜੇ ਤੂੰ ਅਕਲ ਲਤੀਫ ਮਾੜੇ ਲਿਖ ਨਾ ਲੇਖ, ਆਪਣੜੈ ਗਿਰੀਬਾਨ ਮਹਿ ਸਿਰ ਨੀਵਾਂ ਕਰ ਦੇਖ। ਬਸ ਇੱਕ ਨਵਾਂ ਜੀਵਨ ਪ੍ਰਾਪਤ ਹੋ ਜਾਵੇਗਾ ਜੇ ਅਸੀਂ 100% ਗੁਰੂ ਦੇ ਨਾਲ, ਗੁਰਬਾਣੀ ਦੇ ਨਾਲ ਜੁੜ ਜਾਵਾਂਗੇ। ਉਹ ਜੀਵਨ ਆਨੰਦਿਤ ਹੋਵੇਗਾ, ਵਧੀਆ ਹੋਵੇਗਾ, ਸੁੱਖਾਂ ਵਾਲਾ ਹੋਵੇਗਾ। ਉਸ ਜੀਵਨ ਨੂੰ ਹੀ ਕਿਹਾ ਗਿਆ ਸਤਿਗੁਰ ਕੈ ਜਨਮੈ
ਗਬਨ ਮਟਾਇਆ। ਨਵਾਂ ਜਨਮ ਪ੍ਰਾਪਤ ਹੁੰਦਾ ਭਾਈ ਗੁਰਬਾਣੀ ਦੇ ਨਾਲ ਜੁੜਨ ਦੇ ਨਾਲ। ਸੋ ਮੇਰੀ ਇਹੀ ਬੇਨਤੀ ਹੈ, ਹੱਥ ਜੋੜ ਕੇ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਭਾਈ, ਤਾਂ ਕਿ ਸਾਨੂੰ ਇੱਕ ਵਧੀਆ ਜੀਵਨ ਪ੍ਰਾਪਤ ਹੋ ਜਾਵੇ। ਉਹ ਜੀਵਨ ਦੇ ਵਿੱਚ ਸਾਨੂੰ ਖੁਦ ਨੂੰ, ਆਪਣੇ ਆਪ ਨੂੰ ਆਨੰਦਿਤ ਅਵਸਥਾ ਮਹਿਸੂਸ ਹੋਵੇਗੀ, ਸ਼ਾਂਤੀ ਮਹਿਸੂਸ ਹੋਵੇਗੀ। ਇੱਕ ਵਾਰੀ ਇਸ ਤਰ੍ਹਾਂ ਲੱਗੇਗਾ ਵੀ ਐਵੇਂ ਦੁਨੀਆ 'ਚ ਤਾਂ ਐਵੇਂ ਭੁੱਲੇ ਰਹੇ ਤਾਂ ਦੁਨੀਆ ਦਾ ਤਮਾਸ਼ਾ ਹੀ ਸੀ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਿੰਨਾ ਚਿਰ ਜਗਤ ਦਾ ਤਮਾਸ਼ਾ ਬਣੇ ਰਹਾਂਗੇ ਉਨਾ ਚਿਰ ਆਨੰਦ ਨਹੀਂ ਆਵੇਗਾ। ਜਿੰਨਾ ਚਿਰ ਜਗਤ ਦੇ ਤਮਾਸ਼ੇ ਤੋਂ 3 ਗੁਣਾ ਤੋਂ ਉੱਪਰ ਉੱਠ ਖੜਾਂਗੇ ਫਿਰ ਉਹ ਅਵਸਥਾ ਦੇ ਵਿੱਚ ਆਨੰਦ ਆਵੇਗਾ। ਉੱਥੇ ਕਣ ਕਣ ਦੇ ਵਿੱਚ ਪ੍ਰਮਾਤਮਾ ਵਾਹਿਗੁਰੂ ਜੀ ਦਿਸਣਗੇ। ਫਿਰ ਆ ਜਿਹੜਾ ਮਨੁੱਖ ਆਪਣਾ ਆਪ ਹੀ ਸਵਾਰ ਲੈਂਦਾ। ਜਿਹੜੀਆਂ ਜੂਨੀਆਂ ਅੰਦਰਲੀਆਂ ਜਿਹੜੀਆਂ ਬਾਅਦ ਦੇ ਵਿੱਚ ਪੈਣਾ ਦੇਖੋ ਗੁਰਮੁਖ ਪਿਆਰਿਓ, ਜਿਹੜਾ ਪਿਛਲਾ ਕੱਲ ਆ ਨਾ ਉਹਦੇ ਵਿੱਚੋਂ ਅੱਜ ਨਿਕਲਦਾ। ਜੋ ਪਿਛਲਾ ਸਮਾਂ ਸੀ ਨਾ ਉਹ ਅੱਜ ਅਸੀਂ ਭੁਗਤ ਰਹੇ ਹਾਂ, ਅਤੇ ਜਿਹੜਾ ਅੱਜ ਚੱਲ ਰਿਹਾ ਇਹਦਾ ਅੱਗੇ ਭੁਗਤਾਂਗੇ। ਇਸ ਕਰਕੇ ਜੇ ਅੱਜ ਸਵਾਰ ਲਾਂਗੇ, ਅੱਜ ਅਸੀਂ ਵਧੀਆ ਬਣਾ ਲਾਂਗੇ ਆਪਣੇ ਆਪ ਨੂੰ, ਗੁਰਬਾਣੀ ਨਾਲ ਜੁੜ ਜਾਵਾਂਗੇ ਤਾਂ ਸਾਡਾ ਭਵਿੱਖ, ਸਾਡਾ ਕੱਲ੍ਹ ਵਧੀਆ ਹੀ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਸਮਾਂ ਬੜਾ ਭਿਆਨਕ ਆ ਰਿਹਾ ਗੁਰਮੁਖ ਪਿਆਰਿਓ, ਇਸੇ ਨੂੰ ਹੀ ਕਲਯੁਗ ਕਿਹਾ ਜਾਂਦਾ। ਕਹਿੰਦੇ ਵੀ ਚੱਕੀ ਦੇ ਵਿੱਚ ਦਾਣੇ ਸਾਰੇ ਪਿਸ ਜਾਂਦੇ ਆ ਅਤੇ ਜਿਹੜੇ ਕਿੱਲੀ ਨਾਲ ਲੱਗੇ ਰਹਿ ਜਾਂਦੇ ਆ ਨਾ ਉਹ ਬਚ ਜਾਂਦੇ ਆ। ਅਤੇ ਇਹੀ ਸਮਾਂ ਹੁਣ ਅੱਜ ਕੱਲ੍ਹ ਆਉਣ ਵਾਲਾ ਸਮਾਂ ਇਦੋਂ ਵੀ ਭਿਆਨਕ ਆ ਰਿਹਾ ਦਿਨੋਂ ਦਿਨ। ਗੁਰਮੁਖ ਪਿਆਰਿਓ ਕਿੱਲੀ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ ਤਾਂ ਅਸੀਂ ਕਲਯੁਗ ਦੀ ਚੱਕੀ ਤੋਂ, ਵਿਕਾਰਾਂ ਦੀ ਚੱਕੀ ਤੋਂ ਬਚ ਸਕਦੇ ਹਾਂ। ਇਹੀ ਸਾਨੂੰ ਸਾਡੇ ਕੋਲ ਬਚਣ ਦਾ ਸਭ ਤੋਂ ਵੱਡਾ ਤਰੀਕਾ ਕਿ ਗੁਰਬਾਣੀ ਦੇ ਨਾਲ ਆਪਣੇ ਆਪ ਨੂੰ ਜੋੜ ਦਈਏ। ਗੁਰੂ ਹਾਜ਼ਰ ਨਾਜ਼ਰ ਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਰੰਗ ਮਾਣੋ ਪਿਆਰਿਓ, ਇਹ ਜ਼ਿੰਦਗੀ ਦਾ ਆਨੰਦ ਲਓ। ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਗੁਰਮੁਖ ਪਿਆਰਿਆਂ 'ਤੇ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਜ਼ਿੰਦਗੀ ਦਾ ਆਨੰਦ ਬਖਸ਼ੇ। ਜ਼ਿੰਦਗੀ ਜਿੰਦਾਬਾਦ। ਗੁਰਮੁਖ ਬਣ ਕੇ ਵਧੀਆ ਇਨਸਾਨ ਬਣ ਕੇ ਜ਼ਿੰਦਗੀ ਜਿਉਈਏ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।